सत्कारयोग साथियों, अज मजदूर दिवस है। ये मजदूर दिवस विश्व विच शिकागो विच होए अणगिणत मजदूरां दे कतलेआम दी याद विच कतलेआम दी याद हर साल दिवाउंदा है। मैं मजदूर बाप दा बेटा सोमनाथ सिंह मजदूर अज दे दिन ते उन्हां शहीदां नूं श्रद्धांजलि अर्पण करदा होया ਅਤੇ बाबा साहब डॉक्टर भीमराव अंबेडकर जी ਦੀ ਨੂੰ याद करदा ਹਾਂ, जिन्हां ने कानून मंत्री ਹੁੰਦਿਆਂ ਲੇਬਰ ਐਕਟ ਬਣਾ ਕੇ ਮਜ਼ਦੂਰ ਦੀ ਮਜ਼ਦੂਰੀ ਪਗਾਰ ਭਾਵ ਦਿਹਾੜੀ ਮੁਕਰਰ ਕੀਤੀ ਅਤੇ ਕੰਮ ਕਰਨ ਦਾ ਸਮਾਂ ਮੁਕਰਰ ਕੀਤਾ ਕਿ ਇੱਕ ਮਜ਼ਦੂਰ ਦਿਨ ਵਿੱਚ 8 ਘੰਟੇ ਕੰਮ ਕਰੇਗਾ ਅਤੇ ਬਦਲੇ ਵਿੱਚ ਉਸ ਨੂੰ ਪੈਸਾ ਮਿਲੇਗਾ। ਜੋ ਮਜ਼ਦੂਰ ਦੀ ਮਜ਼ਦੂਰੀ नहीं देवेगा उस नूं कानून सज़ा देवेगा। तो ये जो मैं तुहाडे नाल गल सांझी कीती है कि विश्व मजदूर दिवस दे विच मनाया जाने वाला जिहड़ा लेबर डे आ, इस दी शुरुआत शिकागो शहर तो हुई, जिस विच निहत्थे अणगिणत मजदूरां ने इस गल इकट्ठे होके इस गल नूं मनवाउण लई कि मजदूर दा समां अते ਉਹਦੀ ਲੇਬਰ ਉਹਦੀ ਮਜ਼ਦੂਰੀ ਜਿਹੜੀ ਮੁਕਰਰ ਕੀਤੀ ਜਾਵੇ। ਉਸ ਤੋਂ ਪਹਿਲਾਂ ਮਜ਼ਦੂਰ ਨੂੰ ਨਾ ਤਾਂ ਉਸਦਾ ਮਿਹਨਤਾਨਾ ਮਿਲਦਾ ਸੀ ਅਤੇ ਨਾ ਹੀ ਉਹਦੇ ਟਾਈਮ ਦਾ ਜਿਹੜਾ ਸਮਾਂ ਸੀ ਉਹ ਮੁਕਰਰ ਸੀ ਕਿ ਉਸਨੇ ਕਿੰਨੇ ਘੰਟੇ ਕੰਮ ਕਰਨਾ ਹੈ। ਇਸ ਕੰਮ ਦੇ ਬਦਲੇ ਹਜ਼ਾਰਾਂ ਮਜ਼ਦੂਰਾਂ ਨੂੰ ਸ਼ਿਕਾਗੋ ਸ਼ਹਿਰ ਵਿੱਚ ਆਪਣਾ ਬਲੀਦਾਨ ਦੇਣਾ ਪਿਆ, ਜਿਸ ਦੇ ਸਦਕਾ ਅੱਜ ਆਪਾਂ ਵਿਸ਼ਵ ਵਿੱਚ ਮਜ਼ਦੂਰ ਦਿਵਸ ਦੇ ਰੂਪ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਬਾਬਾ ਸਾਹਿਬ ਦੀ ਕਿਰਪਾ ਸਦਕਾ ਸਾਡੇ ਦੇਸ਼ ਭਾਰਤ ਵਿੱਚ ਇਹ ਮਜ਼ਦੂਰ ਜੋ ਦਿਵਸ ਹੈ, ਜਿਹੜਾ ਮਜ਼ਦੂਰਾਂ ਦੀ ਦਿਹਾੜੀ ਨੂੰ ਮੁਕਰਰ ਕਰਦਾ, ਉਹਦੇ ਬਦਲੇ ਕੋਈ ਵੀ ਕੁਰਬਾਨੀ ਕਰਨ ਦੇ ਲਈ ਮੌਕਾ ਨਹੀਂ ਦੇਣਾ ਪਿਆ ਔਰ ਨਾ ਹੀ ਕਿਸੇ ਨੂੰ ਆਪਣੀ ਜਾਨ ਹੀ ਗਵਾਉਣੀ ਪਈ। ਇਹ ਗੱਲ ਪੱਕੀ ਹੈ ਕਿ 1 ਮਈ 1923 ਨੂੰ ਇਹਦੀ ਜਿਹੜੀ ਸ਼ੁਰੂਆਤ ਆ ਉਹ ਮਦਰਾਸ, ਜਿਸ ਨੂੰ ਅੱਜ ਕੱਲ੍ਹ ਚੇਨਈ ਕਿਹਾ ਜਾਂਦਾ ਹੈ, ਭਾਰਤ ਵਿੱਚ ਉਸ ਜਗ੍ਹਾ ਤੋਂ ਸ਼ੁਰੂ ਹੋਈ। तो ਅੱਜ ਮੈਂ ਉਹਨਾਂ ਹੋਈਆਂ ਕ੍ਰਾਂਤੀਆਂ ਦੀ ਗੱਲ ਕਰਨ ਜਾ ਰਿਹਾ ਹਾਂ ਜਿਨ੍ਹਾਂ ਸਦਕਾ ਵਿਸ਼ਵ ਵਿੱਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਕ੍ਰਾਂਤੀ ਕੀਤੀ, ਜ਼ੁਲਮ ਦਾ ਟਾਕਰਾ ਕੀਤਾ, ਸ਼ਹੀਦੀਆਂ ਦਿੱਤੀਆਂ, ਬਦਲੇ ਵਿੱਚ ਰਾਜ ਭਾਗ ਸਥਾਪਿਤ ਕੀਤੇ। तो मेरा ਅੱਜ ਦਾ ਵਿਸ਼ਾ ਹੈ ਜੋ ਮੈਂ ਤੁਹਾਨੂੰ ਸਾਂਝਾ ਕਰਨਾ ਹੈ ਕਿ ਮਜ਼ਦੂਰ ਦਿਵਸ ਮਨਾਉਂਦੇ ਮਜ਼ਦੂਰੋ ਅਸੀਂ ਰਾਜਿਆਂ ਦੀ ਔਲਾਦ ਭਿਖਾਰੀ ਕਿਉਂ। तो इस जो मैं विषय चुनिया, इस विषय नूं मैं इस करके चुनिया कि विषय बहुत खतरनाक है, पर समझण दी लोड़ है। कुछ इतिहासिक तत्थ तुहाडे नाल मैं सांझे करांगा और वो इतिहासिक तत्थ जिहड़े ने उहदी जो शुरुआत है वो 14 अप्रैल वाले दिन तो शुरू हुंदी है कि जिस दिन बाबा साहब का जन्मदिन भी है तो देश दे विच उस दिन एक नवीं क्रांति हुई। उस क्रांति का नाम है जो कि श्री आनंदपुर साहब की धरती ते हुई 13 अप्रैल 1699 की विसाखी, जिस समय खालसा पंथ की सारजना हुई। और मैं थोड़ा जिहा तत्थ जिहड़े पिछे जोड़ के लेना चाहना, ये जिहड़ी क्रांति आ खालसा पंथ की सिरजना तो बाद सिख राज होंद विच आया। खालसा पंथ की सिरजना तो बाद जो सिख राज होंद विच आया, वो सिख राज महात्मा बुद्ध की बौद्धिक क्रांति तो हजारां सालां बाद वो परिवर्तन होया। वो परिवर्तन खालसा पंथ की सिरजना के रूप में इतिहास में लिखा गया। सब तो पहला जो सिख राज होंद विच आया, जिसने मुगल साम्राज दियां जड़ां नूं हिला के रख दिता सी, वो सी बाबा बंदा सिंह बहादुर जी का सिख राज। उस राजे ने भाव बाबा बंदा सिंह बहादुर ने गुरु गोबिंद सिंह जी तो थापड़ा लैके दखन तो चल के पूरब विच आके गुरु साहब जी के परिवार नाल होईयां वधीकियां दा बदला लिया अते मुगल राज नूं जड़ों हिला के रख दिता। उस क्रांति का ही सिट्टा सी। उस राज ने मुगल राज दीयां जड़ां नूं हिला के रख दिता। दूजा सिख राज जो होंद विच आया, उस राज का नाम है महाराजा रणजीत सिंह का राज। और मुगल जो है वो अपने नाम के नाल बादशाह लगाउंदे सन, पर गुरु
ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੀ ਪਰੰਪਰਾ ਹੈ, ਜਿਹੜੇ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਿੱਖ ਰਾਜ ਦੀ ਨੀਂਹ ਰੱਖੀ ਸੀ, ਉਹ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਤੱਕ ਆਈ, ਉਹੀ 10 ਗੁਰਾਂ ਤੋਂ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਜੀ ਤੱਕ ਜਦੋਂ ਆਈ ਤਾਂ ਉਹ ਖਾਲਸਾ ਪੰਥ ਦੇ ਰੂਪ ਵਿੱਚ ਬਦਲ ਗਈ। ਔਰ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜੋ ਰਾਜ ਸੀ, ਗੁਰੂ ਰਾਮਦਾਸ ਜੀ ਦੇ ਮੌਕੇ ਸੀ, ਤੇ ਗੁਰੂ ਰਾਮਦਾਸ ਜੀ ਬਖਸ਼ਿਸ਼ ਸਦਕਾ ਰਾਜਾ ਰਣਜੀਤ ਸਿੰਘ ਦੇ ਨਾਮ ਅੱਗੇ ਮਹਾਰਾਜਾ ਲੱਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕਾਇਮ ਹੋਇਆ ਤੇ ਅੱਗੇ ਵਧਦਾ ਗਿਆ ਲਗਾਤਾਰ। ਪਰ ਇਹਨਾਂ ਰਾਜਾਂ ਦਾ ਜੋ ਅੰਤ ਹੋਇਆ, ਮੈਂ ਅੱਜ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ, ਪਰ ਅੰਗਰੇਜ਼ਾਂ ਦੇ ਜੋ ਉਹਨਾਂ ਨੇ ਧੋਖਾਧੜੀ ਹੇਰਾਫੇਰੀ ਕੀਤੀ, ਜਿਸ ਕਰਕੇ ਜਿਹੜੀ ਆਪਣੇ ਕੀਤੇ ਹੋਏ ਵਾਅਦੇ ਤੋਂ ਅੰਗਰੇਜ਼ ਮੁੱਕਰੇ, ਜਿਹਦੇ ਸਦਕਾ ਉਸ ਸਿੱਖ ਰਾਜ ਦਾ ਜਿਹੜਾ ਆ ਉਹ ਅੰਤ ਹੋਇਆ। ਤੇ ਅੰਗਰੇਜ਼ਾਂ ਦੇ 100 ਸਾਲ ਦੇ ਰਾਜ ਤੇ ਅਨੇਕਾਂ ਸੰਘਰਸ਼ਾਂ ਦੇ ਸਦਕਾ ਭਾਰਤ ਦੇਸ਼ ਫਿਰ ਆਜ਼ਾਦ ਹੋਇਆ। ਤੀਸਰੀ ਕ੍ਰਾਂਤੀ ਕੀ ਹੋਈ ਕਿ ਅੰਗਰੇਜ਼ਾਂ ਦੇ 100 ਸਾਲ ਦੇ ਰਾਜ ਤੋਂ ਜਿਹੜੇ ਅਨੇਕਾਂ ਸ਼ਹੀਦਾਂ ਨੇ ਆਪਣੇ ਸ਼ਹੀਦੀਆਂ ਦਿੱਤੀਆਂ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਵੱਖ-ਵੱਖ ਸਟੇਟਾਂ ਵਿੱਚੋਂ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਸ਼ਹੀਦੀਆਂ ਦਾ ਸਦਕਾ ਦੇਸ਼ ਆਜ਼ਾਦ ਹੋਇਆ। ਭਾਰਤ ਦੇਸ਼ ਅੰਗਰੇਜ਼ਾਂ ਤੋਂ ਤਾਂ ਆਜ਼ਾਦ ਹੋਇਆ ਸੀ, ਉਸ ਤੋਂ ਛੁਟਕਾਰਾ ਪਾਉਣ ਅੰਗਰੇਜ਼ਾਂ ਤੋਂ ਤਾਂ ਰਾਜ ਜਿਹੜਾ ਅੰਗਰੇਜ਼ਾਂ ਤੋਂ ਤਾਂ ਆਜ਼ਾਦ ਹੋਇਆ, ਪਰ ਜੋ ਦੇਸ਼ ਵਿੱਚ ਮਨੂ ਦੇ ਵਿਧਾਨ ਮੁਤਾਬਕ ਜਾਤ ਪਾਤ ਦਾ ਕੋਡ ਫੈਲਿਆ ਹੋਇਆ ਸੀ, ਉਸ ਤੋਂ ਛੁਟਕਾਰਾ ਪਾਉਣ ਦੇ ਲਈ ਇੱਕ ਹੋਰ ਆਜ਼ਾਦੀ ਦੀ ਲੋੜ ਸੀ। ਤੋ ਮਹਾਰਾਜਾ ਸ਼ਾਹੂ ਛਤਰਪਤੀ ਜੀ ਅਤੇ ਅੰਗਰੇਜ਼ਾਂ ਦੇ ਰਾਜ ਸਦਕਾ ਬਾਬਾ ਸਾਹਿਬ ਦੇ ਪਿਤਾ ਜੀ ਨੂੰ, ਬਾਬਾ ਸਾਹਿਬ ਜੀ ਦੇ ਪਿਤਾ ਰਾਮਜੀ ਦਾਸ ਜੀ ਨੂੰ ਮਹਾਰ ਰੈਜੀਮੈਂਟ ਵਿੱਚ ਨੌਕਰੀ ਮਿਲੀ ਅਤੇ ਉਹ ਸੂਬੇਦਾਰ ਬਣੇ। ਪਰ ਜਦੋਂ ਹਿੰਦੂ ਰਾਜਿਆਂ ਵੱਲੋਂ ਮਹਾਰ ਰੈਜੀਮੈਂਟ ਦਾ ਵਿਰੋਧ ਕੀਤਾ ਗਿਆ ਤਾਂ ਰਾਮਜੀ ਦਾਸ ਜੀ ਦੀ ਨੌਕਰੀ ਚਲੀ ਗਈ ਅਤੇ ਅੰਗਰੇਜ਼ਾਂ ਨੇ ਮਹਾਰ ਰੈਜੀਮੈਂਟ ਦਾ ਖਾਤਮਾ ਕਰ ਦਿੱਤਾ। ਕਿਉਂਕਿ ਜੋ ਅੰਗਰੇਜ਼ ਸਨ ਉਹ ਸਾਡੇ ਆਪਣੇ ਨਹੀਂ ਸਨ, ਉਹ ਜ਼ਿਆਦਾਤਰ ਬਹੁਮਤ ਦੀ ਗੱਲ ਮੰਨਦੇ ਸੀ। ਇਸ ਕਰਕੇ ਜਦੋਂ ਬਹੁਮਤ ਦੇ ਖਿਲਾਫ ਗੱਲ ਹੋਈ ਤਾਂ ਮਹਾਰ ਰੈਜੀਮੈਂਟ ਜਿਹੜੀ ਉਹਦਾ ਅੰਤ ਕਰ ਦਿੱਤਾ ਗਿਆ, ਜਿਸ ਸਦਕਾ ਸੂਬੇਦਾਰ ਰਾਮਜੀ ਦਾਸ ਜੀ ਜੋ ਕਿ ਉੱਥੇ ਰੈਜੀਮੈਂਟ ਵਿੱਚ ਟੀਚਰ ਦੀ ਨੌਕਰੀ ਵੀ ਕਰਦੇ ਸਨ, ਉਹਨਾਂ ਤੋਂ ਹੱਥ ਧੋਣਾ ਪਿਆ। ਦੂਸਰੀ, ਉਹਨਾਂ ਤੋਂ ਬਾਅਦ ਸ਼ਾਹੂ ਛਤਰਪਤੀ ਜੀ ਰਾਜ ਦੇ ਸਦਕਾ, ਜੋ ਕਿ ਨਿਰੋਲ ਗਰੀਬ ਮਜ਼ਦੂਰਾਂ ਦਾ ਰਾਜ ਸੀ, ਬਾਹਰ ਬਾਬਾ ਸਾਹਿਬ ਨੂੰ ਉਸ ਰਾਜ ਸਦਕਾ ਬਾਹਰ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ ਅਤੇ ਬਾਬਾ ਸਾਹਿਬ ਜੀ ਵੱਧ ਪੜ੍ਹੇ ਲਿਖੇ ਹੋਣ ਕਰਕੇ ਦੇਸ਼ ਦਾ ਸੰਵਿਧਾਨ ਲਿਖਣ ਦਾ ਅਵਸਰ ਉਹਨਾਂ ਨੂੰ ਪ੍ਰਾਪਤ ਹੋਇਆ। ਸੰਵਿਧਾਨ ਸਦਕਾ 26 ਜਨਵਰੀ 1950 ਨੂੰ ਜਦੋਂ ਭਾਰਤ ਦੇਸ਼ ਵਿੱਚ ਸੰਵਿਧਾਨ ਲਾਗੂ ਹੋਇਆ ਤਾਂ ਸੰਵਿਧਾਨ ਦੇ ਪਹਿਲੇ ਪੰਨੇ ਤੇ ਲਿਖਿਆ ਵੀ ਆਰ ਆਲ ਇੰਡੀਅਨ ਪੀਪਲ, ਭਾਵ ਅਸੀਂ ਸਾਰੇ ਭਾਰਤ ਦੇ ਲੋਕ ਬਰਾਬਰ ਹਾਂ। ਮਤਲਬ ਕਿ ਦੇਸ਼ ਵਿੱਚ ਵਰਣ ਵਿਵਸਥਾ ਅਤੇ ਮਨੂ ਸਮ੍ਰਿਤੀ ਜੋ ਲਾਗੂ ਸੀ ਉਸ ਦਾ ਅੰਤ ਹੋਇਆ ਅਤੇ ਸੰਵਿਧਾਨ ਮੁਤਾਬਕ ਅਸੀਂ ਸਾਰੇ ਬਰਾਬਰ ਦਾ ਹੱਕ ਰੱਖਣ ਵਾਲੇ ਲੋਕ ਜੋ ਰਾਜਾ ਮਿਲੇਗਾ। ਬਾਬਾ ਸਾਹਿਬ ਨੇ ਕੀ ਕਿਹਾ ਕਿ ਅੱਜ ਤੋਂ ਬਾਅਦ ਜੋ ਤੁਹਾਨੂੰ ਰਾਜਾ ਮਿਲੇਗਾ ਉਹ ਕਿਸੇ ਰਾਣੀ ਦੇ ਪੇਟ ਵਿੱਚੋਂ ਪੈਦਾ ਨਹੀਂ ਹੋਏਗਾ, ਉਹ ਬਲਕਿ ਵਾਇਲਟ ਬਾਕਸ ਵਿੱਚੋਂ ਪੈਦਾ ਹੋਵੇਗਾ। ਸੋ ਇਸ ਤਰ੍ਹਾਂ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਹੋਇਆ, ਭਾਵ 26 ਜਨਵਰੀ 1950 ਤੋਂ ਬਾਅਦ ਵੋਟ ਦੇ ਅਧਿਕਾਰ ਸਦਕਾ ਆਮ ਨਾਗਰਿਕਾਂ ਨੂੰ ਦੇਸ਼ ਵਿੱਚ ਇੱਕ ਨਵੀਂ ਜੋ ਸਰਕਾਰ ਬਣਾਉਣ ਦੇ ਲਈ ਅਧਿਕਾਰ ਪ੍ਰਾਪਤ ਹੋਇਆ ਕਿ ਤੁਸੀਂ ਆਪਣੀ ਮਤ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਵੋਟ ਰਾਹੀਂ ਆਪਣੀ ਮਨਪਸੰਦ ਦਾ ਰਾਜਾ ਚੁਣਾਂਗੇ। ਉਸ ਸੰਵਿਧਾਨ ਵਿੱਚੋਂ ਦੇਸ਼ ਦੀ ਜਨਤਾ ਨੂੰ ਹੱਕ ਮਿਲਿਆ। ਤੋ ਅੱਜ ਜੋ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਜੋ ਕ੍ਰਾਂਤੀਆਂ ਹੋਈਆਂ, ਉਸਾਂ ਕ੍ਰਾਂਤੀਆਂ ਪਿੱਛੇ ਸੰਘਰਸ਼ ਜੋ ਹੈ ਉਹਦਾ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ, ਉਹਨਾਂ ਕ੍ਰਾਂਤੀਆਂ ਦੇ ਵਿੱਚ ਸੱਚਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਅਗਲੀ ਜੋ ਗੱਲ ਆ, ਸਾਨੂੰ ਸਾਰਿਆਂ ਨੂੰ ਪਿਛਲੇ ਇਤਿਹਾਸ ਤੋਂ ਸਿੱਖ ਮਤ ਲੈ ਕੇ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਦਾ ਰਾਜ ਸਥਾਪਿਤ ਕਰਨ ਲਈ, ਘੱਟ ਗਿਣਤੀ ਲੋਕਾਂ ਦਾ ਰਾਜ ਸਥਾਪਿਤ ਕਰਨ ਲਈ, SC ST OBC ਲੋਕਾਂ ਦਾ ਰਾਜ ਸਥਾਪਿਤ ਕਰਨ ਲਈ ਸਾਨੂੰ ਬਾਬਾ ਸਾਹਿਬ ਦੀ ਕਹੀ ਹੋਈ ਗੱਲ
ਜਿਹੜੀ ਮੰਨਣ ਦੀ ਲੋੜ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਭਈ ਸਾਨੂੰ ਸਾਰਿਆਂ ਨੂੰ ਯੂਨਾਈਟ ਹੋਣਾ ਚਾਹੀਦਾ, ਇਕੱਠੇ ਹੋਣਾ ਚਾਹੀਦਾ ਔਰ ਇਕੱਠੇ ਹੋ ਕੇ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਇਹ ਤਾਂ ਹੀ ਸੰਭਵ ਹੋਵੇਗਾ। ਰਾਜ ਭਾਗ ਅਸੀਂ ਤਦ ਲੈ ਸਕਦੇ ਹਾਂ ਜੇਕਰ ਅਸੀਂ ਸਾਰੇ ਘੱਟ ਗਿਣਤੀ ਲੋਕ ਔਰ SC ST OBC ਔਰ ਹੋਰ ਸਾਰੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਿ ਵਿਚਾਰਧਾਰਾ ਨੂੰ, ਬਰਾਬਰਤਾ ਦੀ ਵਿਚਾਰਧਾਰਾ ਨੂੰ ਮੰਨਣ ਵਾਲੀਆਂ ਨੇ, ਜਿਹੜੀਆਂ ਕੱਟੜਤਾ ਦੇ ਖਿਲਾਫ ਨੇ, ਉਹਨਾਂ ਨੂੰ ਮੰਨਣ ਵਾਲੇ ਲੋਕ ਜੇ ਇਕੱਠੇ ਹੋ ਕੇ ਅਸੀਂ ਦੇਸ਼ ਵਿੱਚ ਆਪਣਾ ਰਾਜ ਭਾਗ ਸਥਾਪਿਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਇਕੱਠੇ ਹੋ ਕੇ ਆਪਣੇ ਮਜ਼ਦੂਰਾਂ ਭਰਾਵਾਂ ਨੂੰ ਨਾਲ ਲੈ ਕੇ, ਕਾਸ਼ਤਕਾਰਾਂ ਕਿਸਾਨ ਕਾਮਿਆਂ ਨੂੰ ਨਾਲ ਲੈ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਔਰ ਦੇਸ਼ ਵਿੱਚ ਆਪਣਾ ਰਾਜ ਭਾਗ ਪ੍ਰਾਪਤ ਕਰਕੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ। ਕਿਉਂਕਿ ਭਾਰਤ ਵਰਗੇ ਦੇਸ਼ ਵਿੱਚ ਬਿਨਾਂ ਸੱਤਾ ਤੋਂ ਪ੍ਰਾਪਤ ਕੀਤਿਆਂ ਅਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਸਕਦੇ। ਤੋ ਜੋ ਅੱਜ ਦਾ ਵਿਸ਼ਾ ਸੀ ਮੇਰਾ, ਇਹ ਵਿਸ਼ਾ ਸੀ ਕਿ ਮਜ਼ਦੂਰ ਦਿਵਸ ਦੇ ਉੱਪਰ ਅਸੀਂ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪਣੇ ਹੱਕ ਦੇ ਵਿੱਚ ਸਰਕਾਰ ਬਣਾ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਹੈ ਔਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਆਪਣਾ ਰਾਜ ਸਥਾਪਿਤ ਕਰਨਾ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ। ਜੈ ਭੀਮ, ਜੈ ਭਾਰਤ।